ਰੀਅਲ एस्टेट ਦੇ ਵਿੱਚ ਇਨਵੈਸਟ ਕਰਨ ਲਈ ਸਾਨੂੰ ਜਿੰਨੀ ਵੀ ਨੌਲੇਜ ਚਾਹੀਦੀ ਹੈ, ਉਸ ਸਾਰੀ ਨੌਲੇਜ ਦਾ ਨਿਚੋੜ ਤੁਹਾਨੂੰ ਅੱਜ ਦੀ ਇਸ ਛੋਟੀ ਜਿਹੀ ਵੀਡੀਓ ਦੇ ਵਿੱਚ ਮਿਲੇਗਾ। ਤੇ ਜੇਕਰ ਇਸ ਵੀਡੀਓ ਨੂੰ ਤੁਸੀਂ ਪੂਰਾ ਦੇਖ ਲੈਂਦੇ ਹੋ ਤਾਂ ਤੁਸੀਂ 90% ਰੀਅਲ ਇਨਵੈਸਟਰਸ ਨਾਲੋਂ ਵਧੀਆ ਕੰਮ ਕਰ ਸਕਦੇ ਹੋ। ਇਸ ਛੋਟੀ ਜਿਹੀ ਵੀਡੀਓ ਦੇ ਵਿੱਚ ਇੰਨੀ ਕੁ ਜ਼ਿਆਦਾ ਨੌਲੇਜ ਹੈ ਕਿ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਤੁਸੀਂ ਆਪਣਾ ਪੈਨ ਪੇਪਰ ਨਾਲ ਲੈ ਕੇ ਬੈਠੋ ਤਾਂ ਕਿ ਉਹ ਛੋਟੇ-ਛੋਟੇ ਪੁਆਇੰਟਸ ਨੂੰ ਨੋਟ ਕਰ ਸਕੋ। ਤੁਹਾਨੂੰ ਇਹ ਤਾਂ ਪਤਾ ਹੀ ਹੋਏਗਾ ਕਿ ਰੀਅਲ एस्टेट ਦੇ ਵਿੱਚ ਇਨਵੈਸਟ ਕਰਨ ਦੇ 4-5 ਤਰੀਕੇ ਹੁੰਦੇ ਨੇ, ਜਿਵੇਂ ਕਿ ਰਾਈਟਸ ਹੋ ਗਿਆ, ਰੀਅਲ एस्टेट ਮਿਊਚੁਅਲ ਫੰਡਸ ਹੋ ਗਿਆ। ਬਟ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਸਿਰਫ ਫਿਜ਼ੀਕਲ ਪ੍ਰਾਪਰਟੀ ਖਰੀਦਣ ਦੀ, ਜਿਵੇਂ ਕਿ ਤੁਸੀਂ ਕੋਈ ਫਲੈਟ ਖਰੀਦਣਾ ਹੋਵੇ ਜਾਂ ਕੋਈ ਘਰ ਖਰੀਦਣਾ ਹੋਵੇ। ਸੋ ਜੇਕਰ ਤੁਸੀਂ ਵੀ ਕੋਈ ਫਲੈਟ ਜਾਂ ਘਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਚੀਜ਼ ਸੋਚਣ ਤੋਂ ਪਹਿਲਾਂ ਤੁਹਾਨੂੰ ਕੁਝ ਚੀਜ਼ਾਂ ਆਪਣੇ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਰੀਅਲ एस्टेट ਲੋਕਲ ਏਰੀਆ ਦੇ ਅਕੋਰਡਿੰਗ ਚੱਲਦਾ ਹੈ, ਜਿਵੇਂ ਕਿ US ਰੀਅਲ एस्टेट ਮਾਰਕੀਟ ਇੰਡੀਅਨ ਰੀਅਲ एस्टेट ਮਾਰਕੀਟ ਨਾਲੋਂ ਅਲੱਗ ਹੈ। ਉਵੇਂ ਕੋਲਕਾਤਾ ਰੀਅਲ एस्टेट ਪੰਜਾਬ ਮਾਰਕੀਟ ਨਾਲੋਂ ਅਲੱਗ ਹੈ ਤੇ ਪੰਜਾਬ ਦੇ ਵਿੱਚ ਵੀ ਮੁਹਾਲੀ ਦਾ ਰੀਅਲ एस्टेट ਬਠਿੰਡਾ ਦੇ ਰੀਅਲ एस्टेट ਨਾਲੋਂ ਅਲੱਗ ਹੈ। ਤੇ ਜੇ ਮੈਂ ਸਿਰਫ ਮੁਹਾਲੀ ਦੀ ਗੱਲ ਕਰਾਂ ਤਾਂ ਖਰੜ ਦਾ ਰੀਅਲ एस्टेट ਜ਼ੀਰਕਪੁਰ ਦੇ ਰੀਅਲ एस्टेट ਨਾਲੋਂ ਅਲੱਗ ਹੈ। ਤਾਂ ਤੁਸੀਂ ਜਿਸ ਵੀ ਏਰੀਆ 'ਚ ਪ੍ਰਾਪਰਟੀ ਲੈਣ ਬਾਰੇ ਸੋਚ ਰਹੇ ਹੋ ਉਸ ਏਰੀਆ ਦੀ ਲੋਕਲ ਨੌਲੇਜ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਹਰ ਜਗ੍ਹਾ ਦੇ ਰੂਲਸ ਥੋੜ੍ਹੇ ਬਹੁਤ ਅਲੱਗ ਹੁੰਦੇ ਨੇ। ਤੁਹਾਨੂੰ ਰੀਅਲ एस्टेट ਦੇ ਲਾਜ਼ ਬਾਰੇ ਬੇਸਿਕ ਨੌਲੇਜ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪਿਛਲੇ 5-6 ਸਾਲਾਂ 'ਚ ਇਸ ਇੰਡਸਟਰੀ 'ਚ ਬਹੁਤ ਸਾਰੇ ਰੂਲਸ ਤੇ ਰੈਗੂਲੇਸ਼ਨ ਆਏ ਆ ਤੇ ਉਹਨਾਂ ਸਾਰਿਆਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਤਾਂ ਕਿ ਤੁਹਾਨੂੰ ਕੋਈ ਮਿਸਗਾਈਡ ਨਾ ਕਰ ਸਕੇ। ਐਜ਼ ਐਨ ਐਗਜ਼ਾਮਪਲ ਹਰ ਸਟੇਟ ਦਾ ਰੇਰਾ ਐਕਟ ਅਲੱਗ ਹੁੰਦਾ ਹੈ। ਰੇਰਾ ਐਕਟ ਦੇ ਸੈਕਸ਼ਨ 18 ਦੇ ਅਕੋਰਡਿੰਗ ਜੇਕਰ ਪ੍ਰਾਪਰਟੀ ਦਾ ਪੋਜੈਸ਼ਨ ਡਿਲੇ ਹੁੰਦਾ ਹੈ ਬਿਲਡਰ ਸਾਈਡ ਤੋਂ ਤਾਂ ਕੰਜ਼ਿਊਮਰ ਉਸ ਐਗਰੀਮੈਂਟ ਨੂੰ ਕੈਂਸਲ ਕਰਕੇ ਆਪਣਾ ਰਿਫੰਡ ਵਾਪਸ ਕਰਵਾ ਸਕਦਾ ਹੈ ਤੇ ਬਿਲਡਰ ਨੂੰ ਪੂਰਾ ਅਮਾਊਂਟ ਵਿਦ ਇੰਟਰਸਟ ਵਾਪਸ ਕਰਨਾ ਪਏਗਾ। ਸਾਡਾ ਤੀਸਰਾ ਪੁਆਇੰਟ ਹੈ ਐਡੀਸ਼ਨਲ ਮੋਨਿਟਰੀ ਬਰਡਨਸ। ਹੁਣ ਤੁਸੀਂ ਪ੍ਰਾਪਰਟੀ ਦੇ ਰੇਟ ਵਗੈਰਾ ਚੈੱਕ ਕਰਕੇ ਆਪਣੇ ਮਾਈਂਡ ਦੇ ਵਿੱਚ ਇੱਕ ਬਜਟ ਸੈੱਟ ਕਰ ਲਿਆ ਹੋਵੇਗਾ, ਪਰ ਜਦੋਂ ਤੁਸੀਂ ਘਰ ਖਰੀਦਣ ਜਾਓਗੇ ਤਾਂ ਫਾਈਨਲ ਕਾਸਟ 30 ਤੋਂ 40% ਵੱਧ ਜਾਏਗੀ ਕਿਉਂਕਿ ਕੁਝ ਐਕਸਟਰਾ ਖਰਚੇ ਆ ਜਾਣਗੇ, ਜਿਵੇਂ ਕਿ ਸਟੈਂਪ ਡਿਊਟੀ ਹੋ ਗਿਆ, ਰਜਿਸਟ੍ਰੇਸ਼ਨ ਫੀਸ ਹੋ ਗਿਆ, ਬ੍ਰੋਕਰ ਫੀਸ ਹੋ ਗਿਆ ਜਾਂ ਫਿਰ ਪਾਰਕਿੰਗ ਚਾਰजेस। ਸਾਡਾ ਚੌਥਾ ਪੁਆਇੰਟ ਹੈ ਆਪਣੀ ਲੋਨ ਐਲੀਜੀਬਿਲਿਟੀ ਲਈ ਕੁਝ ਬੈਂਕਾਂ ਨਾਲ ਗੱਲ ਕਰਨਾ। ਹੁਣ ਇਸ ਚੀਜ਼ ਦੇ ਹਾਈ ਚਾਂਸਸ ਹੈ ਕਿ ਜਦੋਂ ਤੁਸੀਂ ਘਰ ਖਰੀਦਣ ਜਾ ਰਹੇ ਹੋ ਤਾਂ ਲੋਨ ਦੀ ਜ਼ਰੂਰਤ ਵੀ ਪਏਗੀ ਤੇ ਜ਼ਿਆਦਾਤਰ ਕੇਸਿਸ ਦੇ ਵਿੱਚ ਕੀ ਹੁੰਦਾ ਕਿ ਘਰ ਤਾਂ ਅਸੀਂ ਆਪਣੀ ਮਰਜ਼ੀ ਦਾ ਪਸੰਦ ਕਰ ਲੈਂਦੇ ਹਾਂ, ਬਟ ਬਾਅਦ 'ਚ ਜੋ ਬੈਂਕ ਕੋਲ ਜਾਂਦੇ ਤਾਂ ਪਤਾ ਚੱਲਦਾ ਕਿ ਇੰਨੇ ਦਾ ਤਾਂ ਲੋਨ ਹੀ ਨਹੀਂ ਮਿਲੇਗਾ। ਬੈਂਕ ਜ਼ਿਆਦਾਤਰ ਤੁਹਾਡਾ ਕ੍ਰੈਡਿਟ ਸਕੋਰ ਚੈੱਕ ਕਰਦੇ ਨੇ ਤੇ ਤੁਹਾਡੇ ਤੋਂ ਲੋਨ ਲੈਣ ਦੇ ਟਾਈਮ ਤੇ ਕੁਝ ਡਾਕੂਮੈਂਟਸ ਮੰਗਦੇ ਨੇ ਤੇ ਵੀ ਹੋ ਸਕਦਾ ਹੈ ਕਿ ਤੁਹਾਡਾ ਕ੍ਰੈਡਿਟ ਸਕੋਰ ਘੱਟ ਹੋਣ ਦੇ ਕਾਰਨ ਬੈਂਕ ਤੁਹਾਨੂੰ ਲੋਨ ਦੇਣ ਲਈ ਐਗਰੀ ਨਾ ਕਰੇ। ਤਾਂ ਇਸ ਲਈ ਜੇਕਰ ਤੁਸੀਂ ਪਹਿਲਾਂ ਹੀ ਬੈਂਕ ਨਾਲ ਗੱਲ ਕਰ ਲਓਗੇ ਤਾਂ ਤੁਹਾਡਾ ਕਾਫੀ ਟਾਈਮ ਬਚੇਗਾ। ਤਾਂ ਇੰਨਾ ਸਾਰੇ ਪੁਆਇੰਟਾਂ ਤੋਂ ਬਾਅਦ ਹੁਣ ਤੁਸੀਂ ਆਪਣੇ ਮਾਈਂਡ ਦੇ ਵਿੱਚ ਨਾ ਕੋਈ 3-4 ਏਰੀਆ ਸੋਚ ਰੱਖੇ ਹੋਣਗੇ ਜਿੱਥੇ ਤੁਸੀਂ ਪ੍ਰਾਪਰਟੀ ਜਾਂ ਘਰ ਬਾਏ ਕਰਨਾ ਚਾਹੁੰਦੇ ਹੋ ਤੇ 3-4 ਬਿਲਡਰ ਵੀ ਸ਼ਾਰਟ ਲਿਸਟ ਕਰ ਲਏ ਹੋਣਗੇ। ਹੁਣ ਸਾਡਾ ਅਗਲਾ ਸਟੈਪ ਕੀ ਹੋਣਾ ਚਾਹੀਦਾ? ਤਾਂ ਇਸ ਤੋਂ ਪਹਿਲਾਂ ਕਿ ਤੁਸੀਂ ਮਾਰਕੀਟ ਦੇ ਵਿੱਚ ਸਰਵੇ ਕਰਨ ਲਈ ਨਿਕਲੋ, ਤੁਸੀਂ ਮਾਰਕੀਟ ਦੇ ਪ੍ਰਾਈਸ ਦਾ ਆਈਡੀਆ ਘਰ ਬੈਠੇ ਇਹ 2 ਚੀਜ਼ਾਂ ਕਰਕੇ ਲਗਾ ਸਕਦੇ ਹੋ। ਤੁਸੀਂ ਉਹਨਾਂ 3-4 ਜਗ੍ਹਾ ਦੇ ਸਰਕਲ ਰੇਟ ਚੈੱਕ ਕਰ ਸਕਦੇ ਹੋ। ਬ੍ਰੌਡਲੀ ਪ੍ਰਾਪਰਟੀ ਦਾ ਪ੍ਰਾਈਸ ਸਰਕਲ ਰੇਟ ਨਾਲੋਂ 20-30% ਹੀ ਪਲੱਸ ਮਾਈਨਸ ਹੁੰਦਾ ਹੈ ਤੇ ਇਹ ਇਨਫੋਰਮੇਸ਼ਨ ਤੁਹਾਨੂੰ ਇੰਟਰਨੈਟ ਤੇ ਬੜੇ ਆਰਾਮ ਨਾਲ ਮਿਲ ਜਾਏਗੀ। ਤੁਸੀਂ ਸਿਰਫ ਇੰਟਰਨੈਟ ਤੇ ਜਾ ਕੇ ਉਸ ਏਰੀਆ ਦਾ ਨਾਮ ਟਾਈਪ ਕਰਨਾ ਜਿੱਥੇ ਤੁਸੀਂ ਪ੍ਰਾਪਰਟੀ ਬਾਏ ਕਰਨਾ ਚਾਹੁੰਦੇ ਹੋ ਪਲੱਸ ਸਰਕਲ ਰੇਟ, ਤੁਹਾਨੂੰ ਪਰ ਸਕੁਅਰ ਮੀਟਰ ਪ੍ਰਾਈਸ ਦੇਖਣ ਨੂੰ ਮਿਲੇਗਾ। ਤੁਸੀਂ 3-4 ਮੇਜਰ ਬੈਂਕਸ ਦੀ ਵੈਬਸਾਈਟ ਤੇ ਜਾ ਕੇ ਉਸ ਏਰੀਆ ਦੀ ਆਕਸ਼ਨ ਪ੍ਰਾਪਰਟੀਜ਼ ਵੀ ਚੈੱਕ ਕਰ ਸਕਦੇ ਹੋ। ਨਾਰਮਲੀ ਉਹ ਪ੍ਰਾਪਰਟੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਓਨਰ ਲੋਨ ਨਹੀਂ ਦੇ ਪਾਉਂਦੇ ਤੇ ਬੈਂਕ ਉਹ ਪ੍ਰਾਪਰਟੀ ਵਾਪਸ ਲੈ ਲੈਂਦੀ ਹੈ। ਉਸ ਤੋਂ ਬਾਅਦ ਬੈਂਕ ਇਸ ਪ੍ਰਾਪਰਟੀ ਨੂੰ ਆਕਸ਼ਨ ਦੇ ਵਿੱਚ ਲਾ ਦਿੰਦੇ ਨੇ ਜਿੱਥੇ ਇਹਨਾਂ ਦੀ ਕੀਮਤ 20 ਤੋਂ 30% ਘੱਟ ਹੁੰਦੀ ਹੈ। ਇਹ 2 ਚੀਜ਼ਾਂ ਕਰਨ ਤੋਂ ਬਾਅਦ ਉਹਨਾਂ 3-4 ਏਰੀਆਜ਼ ਦੇ ਪ੍ਰਾਪਰਟੀ ਪ੍ਰਾਈਸਿਸ ਦਾ ਤੁਹਾਨੂੰ ਇੱਕ ਬ੍ਰੌਡ ਆਈਡੀਆ ਮਿਲ ਜਾਏਗਾ। ਹੁਣ ਇਸ ਤੋਂ ਬਾਅਦ ਹੁੰਦਾ ਟਾਈਮ ਮਾਰਕੀਟ 'ਚ ਨਿਕਲਣ ਦਾ ਤੇ ਹੁਣ ਦੇਖਦੇ ਹਾਂ ਕਿ ਅਸਲ ਦੇ ਵਿੱਚ ਇਨਵੈਸਟ ਕਰਨ ਤੋਂ ਪਹਿਲਾਂ ਸਾਨੂੰ ਕੀ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ। ਸਭ ਤੋਂ ਪਹਿਲਾ ਪੁਆਇੰਟ ਜੋ ਆਉਂਦਾ ਉਹ ਆਉਂਦਾ ਆਪਣੀ ਅਫੋਰਡੇਬਿਲਿਟੀ ਦੇਖਣਾ। ਦੇਖੋ ਤੁਸੀਂ ਬੈਂਕ ਨਾਲ ਤਾਂ ਗੱਲ ਕਰ ਹੀ ਲਈ ਹੋਗੀ ਕਿ ਤੁਹਾਨੂੰ ਮੈਕਸਿਮਮ ਕਿੰਨਾ ਲੋਨ ਮਿਲ ਸਕਦਾ ਤੇ ਤੁਹਾਨੂੰ ਪ੍ਰਾਪਰਟੀ ਪ੍ਰਾਈਸਿਸ ਦਾ ਵੀ ਇੱਕ ਬ੍ਰੌਡ ਆਈਡੀਆ ਮਿਲ ਗਿਆ। ਹੁਣ ਘਰ ਖਰੀਦਣ ਤੋਂ ਪਹਿਲਾਂ ਇਹ ਦੇਖਣਾ ਕਿ ਅਸਲ ਦੇ ਵਿੱਚ ਤੁਹਾਡੀ ਪਾਕਟ ਕਿੰਨਾ ਅਲਾਉ ਕਰਦੀ ਹੈ। ਕਿਤੇ ਇਹ ਨਾ ਹੋਵੇ ਕਿ ਤੁਸੀਂ ਆਪਣੀ ਮੰਥਲੀ ਸੈਲਰੀ ਦਾ 70 ਤੋਂ 80% ਕਿਸ਼ਤਾਂ ਦੇ ਵਿੱਚ ਹੀ ਪੇ ਕਰ ਦਿਓ ਤੇ ਬਾਕੀ ਖਰਚਿਆਂ ਲਈ ਤੁਹਾਡੇ ਕੋਲ ਪੈਸੇ ਨਾ ਬਚਣ। ਇਸ ਲਈ ਆਪਣੀ ਅਫੋਰਡੇਬਿਲਿਟੀ ਨੂੰ ਕੈਲਕੂਲੇਟ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਸ ਦਾ ਇੱਕ ਬਹੁਤ ਹੀ ਸਿੰਪਲ ਫਾਰਮੂਲਾ ਹੈ। ਤੁਸੀਂ ਆਪਣੀ 30% ਮੰਥਲੀ ਸੈਲਰੀ ਨੂੰ 100 ਨਾਲ ਮਲਟੀਪਲਾਈ ਕਰਕੇ ਦੇਖ ਸਕਦੇ ਹੋ ਕਿ ਤੁਹਾਨੂੰ ਅਸਲ ਦੇ ਵਿੱਚ ਬੈਂਕ ਤੋਂ ਮੈਕਸਿਮਮ ਕਿੰਨਾ ਲੋਨ ਲੈਣਾ ਚਾਹੀਦਾ। ਇੱਥੇ ਅਸੀਂ ਕਾਫੀ ਸਾਰੀਆਂ ਚੀਜ਼ਾਂ ਮੰਨ ਕੇ ਚੱਲਦੇ ਹਾਂ ਕਿ ਇੰਟਰਸਟ ਰੇਟ 8.5% ਹੈ ਤੇ ਟੈਨਿਓਰ 15 ਸਾਲ ਦਾ ਹੈ। ਸੋ ਜੇਕਰ ਤੁਹਾਡੀ ਮੰਥਲੀ ਸੈਲਰੀ 1 ਲੱਖ ਰੁਪਏ ਤਾਂ ਉਹਦਾ 30% ਹੋ ਗਿਆ 30,000 ਰੁਪਏ ਤੇ 30,000 ਨੂੰ ਜੇਕਰ ਤੁਸੀਂ 100 ਨਾਲ ਮਲਟੀਪਲਾਈ ਕਰਦੇ ਹੋ ਤਾਂ ਬਣਦਾ 30 ਲੱਖ ਰੁਪਏ। ਤਾਂ ਤੁਹਾਨੂੰ ਮੈਕਸਿਮਮ ਬੈਂਕ ਤੋਂ ਸਿਰਫ 30 ਲੱਖ ਰੁਪਏ ਦਾ ਲੋਨ ਲੈਣਾ ਚਾਹੀਦਾ ਹੈ। ਇਹ ਫਾਰਮੂਲਾ ਇੰਸ਼ੋਰ ਕਰਦਾ ਕਿ ਤੁਹਾਡਾ ਕ੍ਰੈਡਿਟ ਸਕੋਰ ਵੀ ਖਰਾਬ ਨਾ ਹੋਵੇ ਪਲੱਸ ਕਿਸ਼ਤ ਭਰਨ ਵੇਲੇ ਵੀ ਤੁਹਾਨੂੰ ਸਟ੍ਰੈਸ ਨਾ ਲੱਗੇ। ਹੁਣ ਤੁਸੀਂ ਘਰ ਖਰੀਦਣ ਲਈ ਕੁਝ ਪੈਸਾ ਵੀ ਇਕੱਠਾ ਕੀਤਾ ਹੋਏਗਾ, ਉਹ ਪੈਸਾ ਪਲੱਸ ਜਿੰਨਾ ਤੁਸੀਂ ਬੈਂਕ ਤੋਂ ਲੋਨ ਲਓਗੇ ਦੋਨਾਂ ਚੀਜ਼ਾਂ ਨੂੰ ਜੋੜ ਕੇ ਜੋ ਅਮਾਊਂਟ ਬਣੇਗਾ ਉਹ ਤੁਹਾਡੀ ਅਫੋਰਡੇਬਿਲਿਟੀ ਹੋਏਗੀ। ਸੋ ਜੇਕਰ ਤੁਹਾਡੇ ਕੋਲ ਸੇਵਿੰਗ 10 ਲੱਖ ਰੁਪਏ ਹੈ ਪਲੱਸ 30 ਲੱਖ ਰੁਪਏ ਦਾ ਬੈਂਕ ਲੋਨ ਹੈ ਤਾਂ ਤੁਹਾਡੀ ਅਫੋਰਡੇਬਿਲਿਟੀ ਹੋਗੀ 40 ਲੱਖ ਰੁਪਏ। ਪਰ ਜਿੱਦਾਂ ਕਿ ਅਸੀਂ ਪਹਿਲਾਂ ਦੱਸਿਆ ਸੀ ਕਿ ਫਾਈਨਲ ਕਾਸਟ ਜੋ ਘਰ ਖਰੀਦਣ ਵੇਲੇ 20 ਤੋਂ 30% ਵੱਧ ਜਾਂਦੀ ਹੈ ਜੋ ਕਿ ਤੁਸੀਂ ਆਪਣੀ ਪਾਕਟ ਤੋਂ ਪੇ ਕਰਨੀ ਹੈ। ਸੋ ਜੇਕਰ ਤੁਹਾਡੇ ਕੋਲ 40 ਲੱਖ ਰੁਪਏ ਹੈ ਤਾਂ ਆਪਣੀ ਅਫੋਰਡੇਬਿਲਿਟੀ 35 ਤੋਂ 40 ਲੱਖ ਰੁਪਏ ਹੀ ਮੰਨ ਕੇ ਚੱਲੋ। ਬਾਕੀ ਦੇ 4-5 ਲੱਖ ਰੁਪਏ ਤੁਸੀਂ ਐਕਸਟਰਾ ਖਰਚਿਆਂ ਲਈ ਰੱਖਣੇ ਜ਼ਰੂਰੀ ਨੇ। ਅਗਲਾ ਸਟੈਪ ਆਉਂਦਾ ਆਪਣੇ ਲਈ ਇੱਕ ਪਰਫੈਕਟ ਪ੍ਰਾਪਰਟੀ ਸਿਲੈਕਟ ਕਰਨਾ। ਹੁਣ ਪਰਫੈਕਟ ਪ੍ਰਾਪਰਟੀ ਦਾ ਮਤਲਬ ਹੈ 2 ਚੀਜ਼ਾਂ ਦਾ ਕੰਬੀਨੇਸ਼ਨ, ਵੈਲਿਊ ਫॉर ਮਨੀ ਤੇ ਸੂਟੇਬਿਲਿਟੀ। ਵੈਲਿਊ ਫॉर ਮਨੀ ਲਈ ਵੀ ਅਸੀਂ ਇੱਕ ਥੰਬ ਰੂਲ ਬਣਾਇਆ ਕਿ ਪ੍ਰਾਪਰਟੀ ਦਾ ਰੈਂਟਲ ਯੀਲਡ 4% ਤੋਂ ਵੱਧ ਹੋਣਾ ਚਾਹੀਦਾ ਹੈ। ਪਰ ਇਹ ਰੈਂਟਲ ਯੀਲਡ ਹੁੰਦਾ ਕੀ ਹੈ? ਇਸ ਦਾ ਵੀ ਇੱਕ ਸਿੰਪਲ ਫਾਰਮੂਲਾ ਹੈ। ਰੈਂਟਲ ਯੀਲਡ ਦੇਖਣ ਦਾ ਫਾਰਮੂਲਾ ਹੈ ਐਵਰੇਜ ਐਨੂਅਲ ਰੈਂਟ ਡਿਵਾਈਡ ਬਾਈ ਪ੍ਰਾਈਸ ਆਫ ਪ੍ਰਾਪਰਟੀ ਮਲਟੀਪਲਾਈ ਬਾਈ 100। ਸੋ ਜੇਕਰ ਤੁਹਾਡੀ ਪ੍ਰਾਪਰਟੀ 35 ਲੱਖ ਰੁਪਏ ਦੀ ਹੈ ਤੇ ਉਸ ਏਰੀਆ 'ਚ ਐਵਰੇਜ ਰੈਂਟ 15,000 ਰੁਪਏ ਪਰ ਮੰਥ ਹੈ, ਮਤਲਬ ਕਿ ਸਾਲ ਦਾ 1,80,000 ਰੁਪਏ। ਤਾਂ ਇਸ ਕੇਸ ਦੇ ਵਿੱਚ ਉਸਦਾ ਰੈਂਟਲ ਯੀਲਡ ਹੋਏਗਾ 5.14%। ਤਾਂ ਇਸ ਕੇਸ ਦੇ ਵਿੱਚ ਇਹ ਪ੍ਰਾਪਰਟੀ ਵੈਲਿਊ ਫॉर ਮਨੀ ਹੈ।
ਇਸ ਤੋਂ ਬਾਅਦ ਆਉਂਦੀ ਹੈ ਪ੍ਰੋਪਰਟੀ ਦੀ ਸੂਟੇਬਿਲਿਟੀ, ਯਾਨੀ ਕਿ ਇਹ ਪ੍ਰੋਪਰਟੀ ਤੁਹਾਨੂੰ ਕਿੰਨਾ ਸੂਟ ਕਰ ਰਹੀ ਹੈ। ਤੇ ਇਸ ਚੀਜ਼ ਨੂੰ ਦੇਖਣ ਲਈ ਤੁਸੀਂ ਪ੍ਰੋਪਰਟੀ ਦੀਆਂ ਕੁਝ ਚੀਜ਼ਾਂ ਇਵੈਲੂਏਟ ਕਰ ਸਕਦੇ ਹੋ। ਪਹਿਲੇ ਨੰਬਰ ਤੇ ਆਉਂਦਾ ਵਿਸਿਨਿਟੀ, ਯਾਨੀ ਕਿ ਘਰ ਜਾਂ ਸੁਸਾਇਟੀ ਦੀ ਲੋਕੇਸ਼ਨ ਕਿਵੇਂ ਦੀ ਹੈ। ਤੇ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਘਰ ਦਾ ਅਪਰੋਚ ਰੋਡ, ਜੋ ਕਿ ਆਈਡਲੀ ਵਧੀਆ ਬਣਿਆ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਉਸ ਏਰੀਆ ਦੇ ਟਰਾਂਸਪੋਰਟੇਸ਼ਨ, ਗਰੋਸਰੀ, ਮੈਡੀਕਲ ਸ਼ਾਪਸ ਤੁਹਾਡੇ ਘਰ ਦੇ ਕਿੰਨੇ ਕਲੋਜ਼ ਨੇ। ਦੂਜੇ ਨੰਬਰ ਤੇ ਆਉਂਦਾ ਟਾਈਪ ਆਫ ਹਾਊਸ, ਕਿ ਘਰ ਦਾ ਫਲੋਰ ਪਲਾਨ ਕਿੱਦਾਂ ਦਾ ਹੈ, 2 BHK ਹੈ, 3 BHK ਹੈ, ਜਾਂ ਫਿਰ ਘਰ ਦਾ ਸਾਈਜ਼ ਕਿੰਨਾ ਵੱਡਾ ਹੈ। ਬਹੁਤ ਸਾਰੇ ਲੋਕਾਂ ਲਈ ਘਰ ਦਾ ਫੇਸਿੰਗ ਤੇ ਵਾਸਤੂ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ। ਤੀਸਰੇ ਨੰਬਰ ਤੇ ਆਉਂਦਾ ਪੁਰਾਣਾ ਜਾਂ ਨਵਾਂ ਘਰ। ਜੇਕਰ ਤੁਸੀਂ ਨਵਾਂ ਘਰ ਖਰੀਦ ਰਹੇ ਹੋ ਤਾਂ ਡੈਫੀਨਿਟਲੀ ਤੁਸੀਂ ਕਿਸੇ ਬਿਲਡਰ ਤੋਂ ਖਰੀਦ ਰਹੇ ਹੋਗੇ, ਤੇ ਉਸ ਬਿਲਡਰ ਦੀ ਰੈਪੂਟੇਸ਼ਨ ਤੇ ਹਿਸਟਰੀ ਚੈੱਕ ਕਰਨਾ ਨਹੀਂ ਭੁੱਲਣਾ ਚਾਹੀਦਾ। ਤੇ ਉਸ ਘਰ ਦਾ ਟਾਈਟਲ, ਯਾਨੀ ਕਿ ਕਰੰਟਲੀ ਉਹ ਘਰ ਕਿਸ ਨੂੰ ਬਿਲੋਂਗ ਕਰਦਾ, ਇਹ ਵੀ ਆਪਣੇ ਲਾਇਰ ਜਾਂ CA ਤੋਂ ਚੈੱਕ ਕਰਵਾ ਲੈਣਾ ਚਾਹੀਦਾ। ਇਹ ਤੁਹਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਤੋਂ ਬਚਾ ਸਕਦਾ ਹੈ। ਚੌਥਾ ਤੇ ਲਾਸਟ ਪੁਆਇੰਟ ਹੈ ਮੇਨਟੇਨੈਂਸ। ਜਿੱਥੇ ਘਰ ਲੈ ਰਹੇ ਹੋ ਉੱਥੋਂ ਦੀ ਸਿਕਿਉਰਿਟੀ ਚੈੱਕ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਇਸ ਚੀਜ਼ ਲਈ ਤੁਹਾਡੇ ਲਈ ਇੱਕ ਪ੍ਰੋ ਟਿਪ ਹੈ ਕਿ ਬਿਜ਼ੀ ਆਰ ਜਾਂ ਫਿਰ ਨਾਈਟ ਟਾਈਮ 'ਚ ਉਸ ਪ੍ਰੋਪਰਟੀ ਤੇ ਵਿਜ਼ਿਟ ਕਰੋ, ਤੇ ਉੱਥੇ ਰਹਿ ਰਹੇ ਲੋਕਾਂ ਨਾਲ ਗੱਲ ਕਰ ਸਕਦੇ ਹੋ ਇੱਕ ਵਧੀਆ ਆਈਡੀਆ ਲੈਣ ਲਈ। ਆਈ ਨੋ ਕਿ ਇਹ ਸਾਰਾ ਕੁਝ ਸੁਣਨ ਦੇ ਵਿੱਚ ਕਾਫੀ ਬੇਸਿਕ ਲੱਗ ਰਿਹਾ ਹੋਵੇਗਾ, ਪਰ ਟਰਸਟ ਮੀ, ਜੇਕਰ ਤੁਸੀਂ ਇਹ ਪੁਆਇੰਟ ਇੰਪਲੀਮੈਂਟ ਕਰਦੇ ਹੋ ਤਾਂ ਤੁਸੀਂ 90% ਰੀਅਲ ਇਨਵੈਸਟਰਸ ਨਾਲੋਂ ਇੱਕ ਵਧੀਆ ਇਨਵੈਸਟਰ ਬਣ ਸਕਦੇ ਹੋ। ਐਂਡ ਆਈ ਹੋਪ ਕਿ ਇਹ ਪੁਆਇੰਟਸ ਤੁਹਾਡੀ ਅਗਲੀ ਪ੍ਰੋਪਰਟੀ ਪਰਚੇਜ਼ 'ਚ ਹੈਲਪ ਕਰਨਗੇ। ਤੁਸੀਂ ਆਪਣੇ ਪੁਆਇੰਟ ਆਫ ਵਿਊ ਸ਼ੇਅਰ ਕਰ ਸਕਦੇ ਹੋ ਸਾਡੇ ਨਾਲ ਕਮੈਂਟਸ ਦੇ ਵਿੱਚ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਟਿਲ ਦੈਨ ਬੀ ਕੇ ਫਾਈਤੀ।